ਅਸਲਾਮੁਅਲੈਕੁਮ ਨਾਜ਼ਰੀਨ। ਅੱਜ ਅਸੀਂ ਪੰਜਾਬੀ ਦਾ ਪਹਿਲਾ ਵਿਲਾਗ ਸ਼ੁਰੂ ਕਰ ਰਹੇ ਹਾਂ। ਤੇ ਮੇਰਾ ਨਾਮ ਹੈ ਖੁਰਮ ਸ਼ਹਿਜ਼ਾਦ ਔਰ ਸਾਡੇ ਨਾਲ ਮੌਜੂਦ ਨੇ ਸੀਨੀਅਰ ਸਾਫੀ ਮੁਹੰਮਦ ਵਸੀਮ ਸ਼ਹਿਜ਼ਾਦ ਸਾਹਿਬ। ਤੇ ਵਸੀਮ ਸਾਹਿਬ ਦੱਸੋ, ਅੱਜ ਕੀ ਖਬਰਾਂ ਨੇ? ਅੱਜ ਦੀਆਂ ਖਬਰਾਂ ਸਭ ਤੋਂ ਵੱਡੀ ਖਬਰ ਹੈ ਇਹ ਕਿ ਜਿਹੜਾ ਇਸਰਾਈਲ ਨਾਲ ਜੰਗਬੰਦੀ ਦਾ ਮੁਆਹਦਾ ਹੋਇਆ ਹੈ ਫਲਸਤੀਨ ਨਾਲ, ਉਹਦੇ ਬਾਵਜੂਦ ਇਸਰਾਈਲ ਨੇ ਬੰਬਾਰੀ ਕੀਤੀ ਹੈ। ਔਰ ਉਹਨਾਂ ਨੇ ਤਕਰੀਬਨ 109 ਜਿਹੜੇ ਨੇ ਅਫਰਾਦ, ਜਿਨ੍ਹਾਂ ਵਿੱਚ ਖਵਾਤੀਨ ਔਰ ਬੱਚੇ ਸ਼ਾਮਲ ਨੇ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਉਹਨਾਂ ਨੇ ਜੰਗਬੰਦੀ ਦਾ ਮੁਆਹਦਾ ਵੀ ਤੋੜਿਆ ਹੈ ਔਰ ਉਹਨਾਂ ਨੇ ਬਦਸਤੂਰ ਜਿਹੜਾ ਨਾ ਆਪਣਾ ਜਿਹੜੀ ਹੈ ਬੰਬਾਰੀ ਹੈ ਉਹ ਜਾਰੀ ਰੱਖੀ ਹੋਈ ਹੈ। ਸਭ ਤੋਂ ਪਹਿਲੀ ਖਬਰ ਸਾਡੇ ਕੋਲ ਹੈ ਜੀ। ਸਹੀ ਹੈ। ਤੇ ਇਹਦੇ ਵਿੱਚ ਜਿਹੜਾ ਨਾ ਪਾਕਿਸਤਾਨੀ ਕੀ ਕਰ ਰਹੇ ਨੇ, ਪਾਕਿਸਤਾਨੀ ਹਕੂਮਤ, ਪਾਕਿਸਤਾਨੀ ਅਵਾਮ, ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਇਸ ਬਾਰੇ ਦੇ ਵਿੱਚ? ਜੀ, ਪਾਕਿਸਤਾਨ ਦੇ ਵਿੱਚ ਇਸ ਬਾਰੇ ਦੇ ਵਿੱਚ ਕੁਝ ਨਹੀਂ ਹੋ ਰਿਹਾ। ਇੱਥੋਂ ਦੀ ਆਵਾਮ ਜਿਹੜੀ ਹੈ, ਇੱਥੋਂ ਦੀ ਜਿਹੜੀ ਯੂਥ ਹੈ, ਉਹਨੂੰ ਅਵੇਅਰਨੈਸ ਹੀ ਨਹੀਂ ਦਿੱਤੀ ਗਈ ਇਸ ਬਾਰੇ ਕਿ ਇਸਲਾਮ ਜਿਹੜਾ ਇੱਕ ਦੀਨ ਹੈ, ਇੱਕ ਮੁਸਲਮਾਨ ਦਾ ਜਿਹੜਾ ਭਰਾ ਹੈ, ਉਹਦੀ ਇੱਕ ਦੂਸਰੇ ਦੀ ਤਕਲੀਫ ਸਮਝਣ ਦੀ ਇਹਨਾਂ ਨੂੰ ਤਰਬੀਅਤ ਹੀ ਨਹੀਂ ਦਿੱਤੀ ਗਈ। ਸਾਡੇ ਮੁਲਕ ਦੇ ਵਿੱਚ ਜਿੰਨੇ ਮੁੱਲਾ ਨੇ, ਮੌਲਵੀ ਨੇ, ਪੀਰ ਨੇ, ਔਰ ਜਿੰਨੇ ਹੀ ਸੂਫੀ ਨੇ, ਜਾਂ ਜਿਤਨੇ ਵੀ ਇੱਥੇ ਜਿੰਨੇ ਵੱਡੇ ਬਣੇ ਹੋਏ ਨੇ ਇਸ ਮੁਲਕ ਦੇ ਹੁਕਮਰਾਨ ਨੇ, ਜਾਂ ਉਹਨਾਂ ਦੇ ਜਿਹੜੇ ਨਾਲ ਬਹਿ ਕੇ ਹਕੂਮਤ ਦੇ ਵਿੱਚ ਉਹ ਹਕੂਮਤ ਕਰਦੇ ਨੇ ਪਾਕਿਸਤਾਨ ਤੇ ਉਹਨਾਂ ਨੇ ਮੁਲਕ ਦੀ ਤਰਬੀਅਤ ਹੀ ਨਹੀਂ ਐਸੀ ਹੋਣ ਦਿੱਤੀ ਕਿ ਉਹਨਾਂ ਨੂੰ ਇੱਕ ਦੂਸਰੇ ਨਾਲ ਮਿਲ ਕੇ ਬੈਠਣਾ ਹੋਵੇ। ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਯੂਥ ਜਿਹੜੀ ਹੈ ਉਹਦੀ ਤੇ ਤਰਬੀਅਤ, ਜਿਹੜੇ 32 ਬੇਸਿਕ। ਪਲੱਸ ਨੇ, ਉਹਨਾਂ ਦੀ ਤਰਬੀਅਤ ਹਾਂ। ਹੀ ਬਿਲਕੁਲ ਸਹੀ। ਗਲਤ ਕਰ ਦਿੱਤੀ ਹੈ। ਉਹਨਾਂ ਸਹੀ ਦੀ ਸੋਚ ਠੀਕ ਹੋ ਹੀ ਗਿਆ, ਲਿਮਟਿਡ ਠੀਕ। ਕਰ ਦਿੱਤੀ ਗਈ ਹੈ। ਤੇ ਮਤਲਬ ਇਹਨਾਂ ਦੀ ਡੈਫੀਨੇਸ਼ਨ, ਮੁਸਲਮਾਨ ਹੋਣਾ ਦੀ ਕੀ ਡੈਫੀਨੇਸ਼ਨ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਹੈਗੇ ਨੇ? ਕਿ ਇੱਕ ਬੇਸਿਕਲੀ ਡੈਫੀਨੇਸ਼ਨ ਹੈਗੀ ਨਾ ਜਿਹੜੀ ਇਸਲਾਮ ਨੇ ਸਾਨੂੰ ਸਿਖਾਈ ਹੈ ਕਿ ਜਿਹੜਾ ਨਾ ਪੂਰੇ ਮੁਸਲਮਾਨ ਇੱਕ ਜਿਸਮ ਦੀ ਮਾਨੰਦ ਹੈ, ਤੇ ਇੱਕ ਜਿਸਮ ਦੇ ਇੱਕ ਹਿੱਸੇ ਦੀ ਤਕਲੀਫ ਹੋਏ ਤੇ ਦੂਸਰੇ ਹਿੱਸੇ ਨੂੰ ਵੀ ਤਕਲੀਫ ਹੁੰਦੀ। ਤੇ ਪਾਕਿਸਤਾਨ ਦੇ ਮੁਸਲਮਾਨਾਂ ਦੀ ਕੀ ਡੈਫੀਨੇਸ਼ਨ ਹੈਗੀ ਹੈ? ਪਾਕਿਸਤਾਨ 'ਚ ਮੁਸਲਮਾਨਾਂ ਦੀ ਡੈਫੀਨੇਸ਼ਨ ਜਿਹੜੀ ਹੈ ਇਸ ਵੇਲੇ, ਉਹ ਇੰਤਹਾਈ ਇੱਕ ਅਜੀਬ ਸੂਰਤ ਹਾਲ ਪੈਦਾ ਕਰਦੀ ਹੈ। ਨਫਾਕ ਦੀ ਸੂਰਤ ਹਾਲ ਪੈਦਾ ਕਰ ਦਿੱਤੀ ਗਈ ਹੈ। ਇਸ ਦੇ ਵਿੱਚ ਮੁਸਲਮਾਨਾਂ ਨੂੰ ਇੱਕ ਦੂਸਰੇ ਨਾਲ ਇਲਜ਼ਾਮਬਾਜ਼ੀ ਕਰਨਾ, ਇੱਕ ਦੂਸਰੇ ਤੇ ਗੱਲਾਂ ਕਰਨਾ, ਲੇਕਿਨ ਉਹਦਾ ਜਿਹੜਾ ਸਭ ਤੋਂ ਬੁਰਾ ਇੰਪੈਕਟ ਜਿਹੜਾ ਇਹ ਪਿਆ ਕਿ ਇਹਨਾਂ ਨੇ ਇਸਲਾਮ ਦਾ ਇੱਕ ਨਿਜ਼ਾਮ ਕਰਨ ਦੀ ਬਜਾਏ ਉਹਦੇ ਸਾਰੇ ਨਿਜ਼ਾਮ ਹੀ ਚੇਂਜ ਕਰ ਦਿੱਤੇ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਇਹ ਕਿ ਇਹ ਤੇ ਨਾ ਤੇ ਸਹੀ ਮੁਸਲਮਾਨ ਹੈ, ਔਰ ਇਹ ਇੱਕ ਮੁਨਾਫਕਤ ਦਾ ਕਿਰਦਾਰ ਅਦਾ ਕਰ ਰਹੇ ਨੇ। ਇਸ ਵਕਤ ਮੁਲਕ ਦੇ ਵਿੱਚ ਮੁਨਾਫਕਤ ਦਾ ਕਿਰਦਾਰ ਅਦਾ ਕੀਤਾ ਜਾ ਰਿਹਾ ਹੈ। ਅਗਰ ਇਸ ਵੇਲੇ ਬੇਸਿਕਲੀ ਇਸ ਚੀਜ਼ ਨੂੰ ਕਿ ਇਹਨਾਂ ਦੀ ਸਿਰਫ ਤਾਰੀਫ ਜਿਹੜੀ ਹੈ ਇੱਕ ਮੁਸਲਮਾਨ ਹੋਣ ਦੀ, ਠੀਕ ਹੈ, ਜਿਹੜੀ ਇਹਨਾਂ ਨੇ ਕੀਤੀ ਹੈ ਉਹ ਕੀ ਹੈਗੀ ਹੈ? ਮਤਲਬ ਇਹਨਾਂ ਦੀ ਤਾਰੀਫ ਦੇ ਵਿੱਚ ਕਿਹੜੇ ਜਜ਼ ਸ਼ਾਮਲ ਨੇ ਕਿ ਇਹ ਜਿਹੜਾ ਕਰਦਾ ਹੈ ਮੁਸਲਮਾਨ ਹੈ, ਤੇ ਮੁਸਲਮਾਨ ਦੀ ਇਹ ਰਿਸਪੌਂਸਿਬਿਲਿਟੀ ਹੈ? ਕੀ ਹੈਗੀ ਇਹਨਾਂ ਦੀ ਤਾਰੀਫ ਇਸ ਵੇਲੇ ਪਾਕਿਸਤਾਨ ਦੇ ਜੀ ਵਿੱਚ ਬਿਲकुल, ਜਿਹੜੇ ਓਵਰਆਲ ਆਵਾਮ ਦੀ? ਇਹਨਾਂ ਨੇ ਸਿਰਫ ਜੀ ਬਿਲकुल, ਇਹਨਾਂ ਨੇ ਸਿਰਫ ਰਿਸਪੌਂਸਿਬਿਲਿਟੀ ਇਸਲਾਮ ਨੂੰ ਇਹ ਦਿੱਤੀ ਗਈ ਹੈ ਕਿ ਨਮਾਜ਼ ਪੜ੍ਹ ਲਈ ਜਾਏ, ਰੋਜ਼ਾ ਰੱਖ ਲਿਆ ਜਾਏ, ਹਜ ਕਰ ਦਿੱਤਾ ਜਾਏ, ਔਰ ਉਸ ਤੋਂ ਇਲਾਵਾ ਆਪਣੇ ਖਾਣ ਦਾ ਬੰਦੋਬਸਤ ਕੀਤਾ ਜਾਏ, ਉਹ ਕਿਸੇ ਤਰੀਕੇ ਨਾਲ ਵੀ ਹੋ ਜਾਏ। ਇਹਨਾਂ ਨੇ ਸਿਰਫ ਇਸ ਨੂੰ ਹੀ ਸਾਰਾ ਦੀਨ ਬਣਾ ਲਿਆ, ਜबकि ਇਸਲਾਮ ਦੇ ਮੁਤਾਬਕ ਔਰ ਨਬੀ ਅਕਰਮ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ਦੇ ਤਰੀਕਾ ਜਿਹੜਾ, ਔਰ ਉਸ ਤੋਂ ਬਾਅਦ ਸਹਾਬਾ ਨੇ ਔਰ ਆਇਮਾ ਦੀਨ ਨੇ ਜਿਹੜਾ ਤਰੀਕਾ ਇਸਲਾਮ ਦਾ ਅਪਣਾਇਆ, ਇਹਨਾਂ ਨੇ ਉਹਨੂੰ ਬਿਲਕੁਲ ਹੀ ਛੱਡ ਦਿੱਤਾ। ਇਹਨਾਂ ਨੇ ਸਿਰਫ ਲਿਮਟਿਡ ਕਰ ਲਿਆ ਕਿ ਹਾਂ ਸਿਰਫ ਨਮਾਜ਼ ਪੜ੍ਹ ਲਈ ਹੈ, ਰੋਜ਼ਾ ਰੱਖ ਲਿਆ, ਹਜ ਕਰ ਲਿਆ, ਜ਼ਕਾਤ ਦੇਤੀ ਹੈ, ਬਸ ਇਹ ਤਿੰਨ ਚਾਰ ਚੀਜ਼ਾਂ ਕਰ ਲਈਆਂ ਬਸ, ਤੇ ਸਾਡੀ ਕੋਈ ਪਕੜ ਨਹੀਂ ਹੋਣੀ ਕਿਆਮਤ ਵਾਲੇ ਦਿਨ, ਅਸੀਂ ਬਰੀਉਲ ਤੇ ਜ਼ਿਮਾ ਸਭ ਤੋਂ। ਦੂਸਰੇ ਲਫ਼ਜ਼ਾਂ ਦੇ ਵਿੱਚ ਇਹ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਫਲਸਤੀਨ ਦੇ ਵਿੱਚ ਜੋ ਮਰਜ਼ੀ ਹੁੰਦਾ ਰਹੇ, ਜਿੱਥੇ ਜਿੱਥੇ ਵੀ ਹੁੰਦਾ ਰਹੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਉਸ ਬਾਰੇ ਦੇ ਵਿੱਚ ਬਰੀ ਜ਼ੁਮਾ ਨੇ। ਜੀ ਇਹਨਾਂ ਦਾ ਸਿਰਫ ਬਿल्कुल, ਜਿਹੜਾ ਮੁਸਲਮਾਨ ਦੀ ਤਾਰੀਫ ਹੀ ਹੋਈ ਹੈਗੀ ਹੈ ਕਿ ਨਮਾਜ਼, ਰੋਜ਼ਾ, ਹਜ, ਜ਼ਕਾਤ, ਔਰ ਬਾਕੀ ਜਿਹੜਾ ਨਾ ਦੁਆਵਾਂ ਕਰ ਲੀਆਂ ਕਿ ਯਾ ਅੱਲਾ ਇਹ ਕਰਦੇ, ਯਾ ਅੱਲਾ ਉਹ ਕਰਦੇ, ਤੇ ਬਸ ਆਪਣੇ ਆਪ ਬਰੀ ਜ਼ੁਮਾ, ਇਹ ਤਾਰੀਫ ਹੈਗੀ ਹੈ। ਜੀ ਬਿल्कुल बिल्कुल ਇਹੋ ਹੀ ਤਾਰੀਫ ਹੈ, ਬਿਲकुल ਤੇ ਤੁਸੀਂ ਸਹੀ ਦੱਸਿਆ। ਅਗਲਾ ਇਹ ਅਗਲਾ ਕੁਐਸਚਨ ਫਿਰ ਇਹ ਆਉਂਦਾ ਹੈਗਾ ਕਿ ਅਗਰ ਇਹ ਤਾਰੀਫ ਹੈ ਤੇ ਬੁੱਧ ਮਤ ਦੀ ਤਾਲੀਮਾਤ ਦੇ ਵਿੱਚ ਤੇ ਮੁਸਲਮਾਨ ਦੀ ਤਾਰੀਫ ਦੇ ਵਿੱਚ ਫਰਕ ਕੀ ਹੋ ਗਿਆ? ਫਿਰ ਕਿ ਬੁੱਧਵਾਦ ਦੀ ਤਲੀਮਾਤ ਤੇ ਇਹਨਾਂ ਦੀ ਤੇ ਤਲੀਮਾਤ ਇਹਨਾਂ 'ਚ ਦੀ ਕੋਈ ਫਰਕ ਨਹੀਂ ਰਹਿ ਗਿਆ। ਕੋਈ ਫਰਕ ਨਹੀਂ ਰਹਿ ਗਿਆ। ਐਗਜ਼ੈਕਟਲੀ। ਕਿ ਮੁਸਲਮਾਨ ਦੀ ਤਾਰੀਫ ਤੇ ਜਿਹੜੀ ਅੱਲਾਹ ਦੇ ਨਬੀ ਸੱਲੱਲਾਹੁ अलैहि वसल्लम ਨੇ ਔਰ ਦੂਸਰਾ ਮਤਲਬ ਇਸਲਾਮ ਨੇ ਕਰ ਦਿੱਤੀ ਕਿ ਇਸਲਾਮ ਮੁਸਲਮਾਨ ਇੱਕ ਜਿਸਮ ਦੀ ਮਾਨੰਦ ਹੈ। ਅਗਰ ਇੱਕ ਬਿल्कुल ਹਿੱਸੇ ਦੇ ਵਿੱਚ ਤਕਲੀਫ ਹੁੰਦੀ ਹੈ ਤੇ ਪੂਰਾ ਜਿਸਮ, ਮਤਲਬ ਹੈ ਨਾ, ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ? ਕਿ ਹੁਣ ਪੈਰ ਤੇ ਤਕਲੀਫ ਹੋਏ ਤੇ ਇਹ ਮਤਲਬ ਨੱਚਦੇ ਟੱਪਦੇ ਰਹਿਣਗੇ, ਇਹ ਮਤਲਬ ਹੈ ਸਿਆਸਤ ਕਰਦੇ ਰਹਿਣਗੇ, ਦੂਸਰੇ ਤੀਸਰੇ ਕਰਦੇ ਰਹਿਣਗੇ? ਨਹੀਂ ਕਰਨਗੇ ਨਾ। ਪੈਰ ਤੇ ਤਕਲੀਫ ਹੋਏ ਤੇ ਅੱਖ 'ਚ ਛੋਟੀ ਚੀਜ਼ ਮਤਲਬ ਹੈ ਨਾ ਉਹ ਪੈ ਜਾਏ ਤਾਂ ਪੂਰਾ ਜਿਸਮ ਜਿਹੜਾ ਨਾ, ਪੂਰਾ ਬੰਦਾ ਜਿਹੜਾ ਨਾ ਲੇਟ ਜਾਂਦਾ ਹੈ। ਤੇ बिल्कुल ਇਹ ਹੁਣ ਇਹ ਜਿਹੜੀ ਤਾਰੀਫ, ਅਸਲ ਤਾਰੀਫ ਤੋਂ ਜਿਹੜੀ ਆ ਦੂਸਰੀ ਤਾਰੀਫ ਕੀਤੀ, ਇਹਦੇ ਪਿੱਛੇ ਕਿਹੜੇ ਮਤਲਬ ਹੈ ਨਾ ਕਿ ਜਿਹੜਾ ਤੁਸੀਂ ਦੱਸਿਆ ਉਹਦੇ ਵਿੱਚ ਇਹ ਲੱਗਦਾ ਕਿ ਸਿਆਸਤਦਾਨ ਵੀ ਸ਼ਾਮਲ ਨੇ, ਇਹਦੇ ਵਿੱਚ ਮਜ਼ਹਬੀ ਜਮਾਤਾਂ ਵੀ ਸ਼ਾਮਲ ਨੇ, ਇਹਦੇ ਵਿੱਚ ਮਿਲਟਰੀ ਮੁੱਲਾ ਅਲਾਈਅੰਸ ਵੀ ਸ਼ਾਮਲ ਹੈ, ਐਸਟੈਬਲਿਸ਼ਮੈਂਟ ਵੀ ਸ਼ਾਮਲ ਹੈ। ਉਹਨਾਂ ਨੇ ਸਾਰਾ ਮਿਲ ਕੇ ਜਿਹੜਾ ਨਾ ਇੱਕ ਤਾਰੀਫ ਹੀ ਚੇਂਜ ਕਰ ਦਿੱਤੀ ਮੁਸਲਮਾਨ ਹੋਣ ਦੀ। ਉਹ ਤਾਰੀਫ ਜਿਹੜਾ ਨਾ ਘੋਟ ਕੇ ਪਿਲਾ ਦਿੱਤੀ ਹੈ। ਉਹ ਹੁਣ ਫਲਸਤੀਨ ਦੇ ਵਿੱਚ ਬੱਚੇ ਮਰਦੇ ਨੇ, ਦੂਸਰਾ ਕੁਝ ਕਰਦੇ ਰਹਿਣ, ਇਹਨਾਂ ਦੀ ਮੋਰੈਲਿਟੀ ਤੇ ਇਹਨਾਂ ਦੇ ਉਹਦੇ ਤੇ ਕੋਈ ਫਰਕ ਨਹੀਂ ਪੈਂਦਾ। ਇਹਨਾਂ ਦਾ ਬਸ ਨਹੀਂ ਹੈਗਾ ਜ਼ਿਆਦਾ ਜਿਹੜਾ ਉਹ ਜਮਾਤ ਇਸਲਾਮੀ ਨੇ ਉੱਠ ਕੇ ਥੋੜਾ ਜਿਹਾ ਉੱਥੋਂ ਲੈ ਕੇ ਉੱਥੋਂ ਤੱਕ ਜਿਹੜਾ ਨਾ ਉਹ ਕਰ ਦਿੱਤਾ ਤੇ ਬਸ ਹੱਥ ਝਾੜ ਲੈ ਕੇ ਬਸ ਸਾਡਾ ਹੋ ਗਿਆ।
ਠੀਕ ਹੈ। ਤੇ ਬਿਲਕੁਲ ਇਹਦੇ ਵਿੱਚ ਤੁਸੀਂ ਹੱਲ ਕੀ ਦੇਖਦੇ ਹੋ ਉਹਦਾ, ਕਿ ਕੀ ਮਤਲਬ ਹੈ ਨਾ ਕਿ ਪਾਕਿਸਤਾਨ ਦੀ ਆਵਾਮ ਨੂੰ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਜੀ। ਅਸਲ ਇਸਲਾਮ ਦੀ ਤਰਫ ਵਾਪਸ ਆਉਣਾ ਚਾਹੀਦਾ, ਕਿਸ ਤਰ੍ਹਾਂ ਆਉਣਾ ਚਾਹੀਦਾ? ਜੀ ਬਿਲਕੁਲ, ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ। ਇਹਦਾ ਮੈਂ ਬਿਲਕੁਲ ਬੜਾ ਥੋੜੀ ਤਫਸੀਲ ਨਾਲ ਜਵਾਬ ਦੇਣਾ ਚਾਹਾਂਗਾ ਕਿ ਇਸ ਵਕਤ ਜਿਹੜੀ ਸਾਡੀ ਯੂਥ ਹੈ, ਜਿਹੜੀ 30 ਤੋਂ ਨੀਚੇ ਵਾਲੀ ਏਜ ਦੀ ਹੈ, ਉਹਨਾਂ ਨੂੰ ਇਹ ਸਾਰਿਆਂ ਨੂੰ ਚਾਹੀਦਾ ਹੈ, ਆਪਣੇ ਗਲੀ ਮਹੱਲੇ, ਆਪਣੇ ਟਾਊਨ ਦੇ ਅੰਦਰ, ਆਪਣੀ ਮਸਜਿਦ ਦੇ ਅੰਦਰ ਜਿੱਥੇ ਜਾਂਦੇ ਨੇ, ਉੱਥੇ ਉਹਨਾਂ ਨੂੰ ਜਾ ਕੇ ਇੱਕ ਮੁੱਲਾ ਨੂੰ, ਇੱਕ ਮੌਲਵੀ ਨੂੰ, ਇੱਕ ਲੀਡਰ ਨੂੰ, ਗਲੀ ਮਹੱਲੇ ਦੇ ਲੀਡਰ ਨੂੰ, ਇੱਕ ਨਾਜ਼ਮ ਨੂੰ, ਸਾਰਿਆਂ ਨੂੰ ਬਕਾਇਦਾ ਇਕੱਠੇ ਕਰਕੇ ਉਹਨਾਂ ਨੂੰ ਪੁੱਛਣ ਕਿ ਹੂੰ। ਕਿਆ ਇਸਲਾਮ ਸਾਨੂੰ ਕਿਸ ਚੀਜ਼ ਦਾ ਦਰਸ ਦਿੰਦਾ ਹੈ। ਅਗਰ ਤੇ ਇਸਲਾਮ ਸਾਨੂੰ ਇਸ ਚੀਜ਼ ਦਾ ਦਰਸ ਦਿੰਦਾ ਤੇ ਫਿਰ ਸਾਨੂੰ ਇਕੱਠੇ ਹੋ ਕੇ ਸਾਡੇ ਮੁਲਕ ਦੇ ਅੰਦਰ ਜਿਹੜੇ ਹੁਕਮਰਾਨ ਨੇ, ਇਹੋ ਹੀ ਅੱਗੇ ਡੀਲ ਕਰ ਰਹੇ ਨੇ, ਤੇ ਇਹਨਾਂ ਕੋਲੋਂ ਜਾ ਕੇ ਪੁੱਛਿਆ ਜਾਏ ਕਿ ਕਿਆ ਸਾਨੂੰ ਕਿਸ ਤਰ੍ਹਾਂ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ, ਔਰ ਸਾਨੂੰ ਕਿਉਂ ਕਰਕੇ ਜਿਹੜਾ ਨਾ ਇਹ ਐਸਾ ਕੀਤਾ ਗਿਆ ਕਿ ਜਿਹੜਾ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਨਾ ਕੋਈ ਬਿਆਨ ਦਿੱਤਾ ਗਿਆ, ਔਰ ਨਾ ਹੀ ਕੋਈ ਉਹਨਾਂ ਨਾਲ ਇਜ਼ਹਾਰ ਯਕਜਹਿਤੀ ਕੀਤਾ ਗਿਆ, ਬਲਕਿ ਮਜ਼ਮਤੀ ਬਿਆਨ ਵੀ ਕੋਈ ਨਹੀਂ ਆਇਆ। ਕੋਈ ਇੱਕ ਦੋ ਬੰਦਾ ਮਜ਼ਮਤੀ ਬਿਆਨ ਦੇ ਦਿੰਦਾ ਹੈ ਤੇ ਉਸ ਤੋਂ ਬਾਅਦ ਬਿਲਕੁਲ ਖਾਮੋਸ਼ੀ ਹੈ, ਕੋਈ ਪ੍ਰੈਸ਼ਰ ਨਹੀਂ ਪਾਇਆ ਜਾਂਦਾ, ਕੋਈ ਉਹਨਾਂ ਦਾ ਸਫੀਰ ਨਹੀਂ ਜਿਹੜਾ ਉਹਨਾਂ ਤੇ ਕੀਤਾ ਜਾਂਦਾ, ਪ੍ਰੈਸ਼ਰ ਨਹੀਂ ਉਹਨਾਂ ਤੇ ਬਿਲਡ ਕੀਤਾ ਜਾਂਦਾ ਕਿ ਮਤਲਬ ਤੁਸੀਂ ਕੋਈ ਜਿਹੜਾ ਵੀ ਸਾਡਾ ਤੁਹਾਡਾ ਮੁਲਕ ਕਹਿਣ ਦੇ ਦਾ ਦਿਓ। ਮਤਲਬ ਹੈ ਨਾ ਕੋਈ ਡਿਪਲੋਮੈਟਿਕ ਜਿਹੜੀਆਂ ਨਾ ਐਫਰਟਸ ਜਿਹੜੀਆਂ ਐਗਜ਼ਰਟ ਹੋ ਰਹੀਆਂ ਹੈ ਪਾਕਿਸਤਾਨ ਦੀ ਤਰਫੋਂ, ਨਾ ਕੁਝ ਵੀ ਨਹੀਂ ਹੋ ਰਿਹਾ, ਤੇ ਵਜ੍ਹਾ ਉਹਦੀ ਇਹੋ ਹੀ ਹੈ ਕਿ ਹਕੂਮਤ ਨੇ ਦੇਖਦੀ ਹੈ, ਸਮਝਦੀ ਹੈ ਆਵਾਮ ਨੂੰ ਕੁਝ ਨਹੀਂ ਪਤਾ, ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ, ਤੇ ਇਸ ਵਾਸਤੇ ਜੋ ਮਰਜ਼ੀ ਉਹ ਕਰਦੇ ਰਹਿਣ, ਉਹਨਾਂ ਨੂੰ ਆਪਣੇ ਇੰਟਰਸਟ ਨਾਲ ਹੈਗਾ ਨਾ, ਤੇ ਮਤਲਬ ਬਸਈਅਤ ਤੇ ਜਿਹੜਾ ਨਾ ਠੀਕ ਹੈ ਮੁਸਲਮਾਨ ਦੇ ਹੈਗਾ ਨਾ, ਬਸਈਅਤ ਰਿਆਸਤ ਕੋਈ ਜਿਹੜਾ ਨਾ ਉਹ ਕਰ ਰਹੇ ਨੇ। ਤੇ ਅਗਰ ਅਸਲ ਮੁਸਲਮਾਨ ਹੁੰਦੇ ਪਾਕਿਸਤਾਨੀ, ਜਿਹੜਾ ਨਾ ਜਾਂ ਪਾਕਿਸਤਾਨ ਮੁਸਲਮਾਨ ਹੁੰਦਾ, ਤੇ ਇਹਨਾਂ ਦਾ ਰਿਸਪਾਂਸ ਕੀ ਹੋਣਾ ਚਾਹੀਦਾ ਸੀ? ਜੀ ਬਿਲਕੁਲ, ਅਗਰ ਅਸਲ ਮੁਸਲਮਾਨ ਹੁੰਦੇ, ਇਹ ਸਾਰੇ ਜਿੰਨੇ ਵੀ ਇਸਲਾਮੀ ਮੁਲਕ ਨੇ, ਇਹ ਸਾਰੇ ਇਕੱਠੇ ਹੋ ਕੇ ਉਸ ਮੁਲਕ ਕੋਲੋਂ ਜਿਸ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਮੁਸਲਮਾਨਾਂ ਨੂੰ ਸ਼ਹੀਦ ਕਰ ਰਿਹਾ ਹੈ, ਉਸ ਮੁਲਕ ਦੀ ਤਮਾਮ ਬਾਈਕਾਟ ਕਰਦੇ, ਔਰ ਉਹਨੂੰ ਇਸ ਗੱਲ ਤੇ ਮਜਬੂਰ ਕਰ ਦਿੰਦੇ ਕਿ ਉਹ ਇਹ ਆਪਣਾ ਜਿਹੜਾ ਫੇਲ ਹੈ ਜਾਂ ਜਿਹੜਾ ਮੁਸਲਮਾਨਾਂ ਨੂੰ ਸ਼ਹੀਦ ਕਰ ਰਹੇ ਨੇ, ਉਹਨਾਂ ਤੋਂ ਉਹ ਬਾਜ਼ ਆ ਜਾਂਦੇ। ਇਹਦੇ ਵਿੱਚ ਸਿਰਫ ਇੱਕ ਮੁਲਕ ਨਹੀਂ, ਇਹਦੇ ਵਿੱਚ ਜਿੰਨੇ ਵੀ ਇਸਲਾਮੀ ਅਰਬ ਮਮਾਲਿਕ ਵੀ ਸ਼ਾਮਲ ਨੇ, ਉਹਨਾਂ ਸਾਰਿਆਂ ਨੂੰ ਇਕੱਠਿਆਂ ਹੋ ਕੇ ਇਹ ਕੰਮ ਕਰਨਾ ਚਾਹੀਦਾ ਹੈ। ਜੀ ਅਗਰ ਪਾਕਿਸਤਾਨ ਦੇ ਅੰਦਰ ਜਿਹੜੇ ਸਾਡੇ ਲੋਕ ਨੇ, ਅਗਰ ਇਹ ਵਾਕਿਆ ਹੀ ਮੁਸਲਮਾਨ ਹੁੰਦੇ, ਤੇ ਉਹ ਇਹ ਕੋਈ ਵੀ ਬੰਦਾ, ਬੱਚਾ, ਬੁੱਢਾ ਆਪਣੇ ਘਰ ਦੇ ਅੰਦਰ ਜਿਹੜਾ ਨਾ ਉਹ ਆਰਾਮ ਨਾਲ ਸੋ ਨਹੀਂ ਰਿਹਾ ਹੋਇਆ ਹੁੰਦਾ, ਔਰ ਨਾਲ ਹੀ ਉਹ ਨਾ ਹੀ ਉਹ ਉੱਥੇ ਆਪਣਾ ਕੀ ਨਾ ਹੈ ਰੈਸਟ ਕਰ ਰਿਹਾ ਹੁੰਦਾ। ਉਹਨੂੰ ਚਾਹੀਦਾ ਸੀ, ਉਹਨਾਂ ਸਾਰਿਆਂ ਨੂੰ ਚਾਹੀਦਾ ਸੀ ਕਿ ਇਹ ਸਾਰੇ ਘਰੋਂ ਬਾਹਰ ਨਿਕਲਦੇ, ਪੁਰਅਮਨ ਇਹਤਜਾਜ ਕਰਦੇ। ਇਹਦੇ ਵਾਸਤੇ ਸਾਰੇ ਪੂਰੇ ਮੁਲਕ ਦੇ ਅੰਦਰ ਇਹਤਜਾਜ ਕੀਤਾ ਜਾਂਦਾ, ਔਰ ਜਿਹੜੇ ਅਦਾਰੇ ਔਰ ਜਿਹੜੀ ਹਕੂਮਤ ਹੈ, ਉਹਨਾਂ ਦੇ ਅਦਾਰਿਆਂ ਦੇ ਦਫ਼ਤਰਾਂ ਦੇ ਬਾਹਰ ਜਾ ਕੇ ਇਹਤਜਾਜ ਕਰਦੇ, ਬਕਾਇਦਾ ਵਿਦ ਆਊਟ ਖਾਣਾ ਪੀਣਾ ਬੰਦ ਕਰ ਦਿੰਦੇ ਕਿ ਨਾ ਅਸੀਂ ਕੁਝ ਖਾਣਾ ਹੈ, ਨਾ ਅਸੀਂ ਪੀਣਾ ਹੈ, ਸਾਨੂੰ ਜਿਹੜਾ ਨਾ ਇਸ ਦੇ ਬਾਰੇ ਜਿਹੜਾ ਨਾ ਇਹਤਜਾਜ ਕਰ ਰਹੇ ਹਾਂ ਕਿ ਇਹ ਚੀਜ਼ ਰੁਕਵਾਈ ਜਾਏ, ਤਾਂ ਕਿ ਸਾਨੂੰ ਵੀ ਹੀ ਉਨੀ ਹੀ ਪੇਨ ਹੈ, ਸਾਨੂੰ ਵੀ ਉਨੀ ਦਰਦ ਹੈ ਜਿੰਨੀ ਉਹਨਾਂ ਮੁਸਲਮਾਨਾਂ ਨੂੰ ਦਰਦ ਹੋ ਰਹੀ ਹੈ। ਲੇਕਿਨ ਪਾਕਿਸਤਾਨ ਦੇ ਅੰਦਰ ਇਹ ਚੀਜ਼ ਬਿਲਕੁਲ ਨਹੀਂ ਹੈ, ਮਨਾਫਕਤ ਹੈ। ਇਸੇ ਵਜ੍ਹਾ ਨਾਲ ਹੀ ਇਹ ਜਿਹੜਾ ਸਾਡਾ ਮੁਲਕ ਹੈ, ਕੋਈ ਵੀ ਇਹਤਜਾਜ ਤੇ ਉਹਦੇ ਵਿੱਚ ਕੋਈ ਨਾ ਹੀ ਪ੍ਰੈਸ਼ਰਾਈਜ਼ ਕੀਤਾ ਗਿਆ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਅਗਰ ਤੇ ਸਹੀ ਅਸਲ ਮੁਸਲਮਾਨ ਹੁੰਦੇ ਤੇ ਇਸਲਾਮ ਨੂੰ ਸਹੀ ਸਮਝਦੇ ਹੁੰਦੇ, ਠੀਕ ਹੈ, ਤੇ ਵਾਕਈ ਇਸ ਤਰ੍ਹਾਂ ਹੀ ਹੁੰਦਾ ਕਿ ਕੋਈ ਵੀ ਬੰਦਾ 7 ਤਰੀਕ ਨੂੰ ਜਦੋਂ ਹਮਲਾ ਹੋਇਆ ਹੈ, ਤੇ ਉਸ ਤੋਂ ਬਾਅਦ ਆਪਣੇ ਘਰ ਬੈਠ ਕੇ ਰੋਟੀ ਨਹੀਂ ਖਾਂਦਾ, ਉਹ ਨਿਕਲਦਾ ਔਰ ਪੂਰਾ ਮਨ ਇhtਜਾਜ ਕਰਦਾ, ਔਰ ਹੁਕਮਰਾਨਾਂ ਨੂੰ ਔਰ ਐਸਟੈਬਲਿਸ਼ਮੈਂਟ ਨੂੰ, ਸਾਰੇ ਜਿਹੜੇ ਤਬਕੇ ਨੂੰ ਮਜਬੂਰ ਕਰਦਾ ਕਿ ਆਪਣਾ ਪੂਰਾ ਦਾ ਪੂਰਾ ਪ੍ਰੈਸ਼ਰ ਐਗਜ਼ਰਟ ਕਰਕੇ ਇਸ ਚੀਜ਼ ਨੂੰ ਰੁਕਵਾਉਂਦੇ, ਤੇ ਫਿਰ ਹੀ ਜਿਹੜਾ ਨਾ ਹੋ ਸਕਦਾ। ਲੇਕਿਨ ਕਿਉਂਕਿ ਇਸਲਾਮ ਦੀ ਡੈਫੀਨੇਸ਼ਨ ਹੀ ਉਹਨਾਂ ਵਾਸਤੇ ਬਦਲ ਗਈ ਹੈ, ਮਨਾਫਕਤ ਦਾ ਦੌਰ ਦੌਰਾ ਤੇ ਕੀ ਹੋ ਸਕਦਾ ਹੈ। ਤੇ ਬਹੁਤ ਸ਼ੁਕਰੀਆ ਵਸੀਮ ਸਾਹਿਬ, ਤੁਹਾਡੇ ਨਾਲ ਗੁਫ਼ਤਗੂ ਕਰਕੇ ਅੱਛਾ ਮਤਲਬ ਹੈ ਨਾ ਕਿ ਤੁਹਾਡਾ ਐਨਾਲਿਸਿਸ ਲੱਗਿਆ, ਤੇ ਹੋਪਫੁਲੀ ਕੋਈ ਥੈਂਕ ਯੂ ਸੋ ਅੱਲਾ ਹੀ ਮਚ। ਇਹਨਾਂ ਦੇ ਰਹਿਮ ਕਰਦੇ ਤੇ ਹੋ ਸਕਦਾ, ਬਾਕੀ ਤਾਂ ਕੋਈ ਜਿਹੜਾ ਨਾ ਸੂਰਤ ਨਹੀਂ ਹੈਗੀ। ਜਾਂ ਜਿਸ ਤਰ੍ਹਾਂ ਤੁਸੀਂ ਸੋਲੂਸ਼ਨ ਦਿੱਤਾ ਕਿ ਆਵਾਮ ਔਰ ਖਾਸ ਕਰ ਜਿਹੜੇ ਯੂਥ ਉਹ ਉੱਠਣ ਔਰ ਉਹ ਪਹਿਲੇ ਅਵੇਅਰਨੈਸ ਖੁਦ ਅਵੇਅਰ ਹੋਣ, ਆਪਣੀ ਖੁਦ ਦੀ ਬਿਲकुल ਮੁਸਲਮਾਨ ਦੀ ਤਾਰੀਫ ਕੀ ਕਰਨ, ਔਰ ਆਪਣੇ बिल्कुल ਮਿੰਬਰਾਂ ਦੇ ਬੈਠੇ ਜਿਹੜੇ ਉਲਮਾ ਹੈ ਉਹਨਾਂ ਨਾਲ ਮਿਲਣ, ਉਹਨਾਂ ਨੂੰ ਸਮਝਾਉਣ, ਉਹਨਾਂ ਦੇ ਪਿੱਛੇ ਪੈਣ ਕਿ ਤੁਸੀਂ ਜਿਹੜਾ ਨਾ ਆਵਾਮ ਨੂੰ ਇਸ ਚੀਜ਼ ਨੂੰ ਲੀਡ ਕਰੋ, ਆਵਾਮ ਨੂੰ ਦੱਸੋ ਕਿ ਜੋ ਹੋ ਰਿਹਾ ਹੈ बिल्कुल ਸਾਨੂੰ ਤੇ ਇਸ ਤੋਂ ਬਾਅਦ ਜਿਹੜਾ ਨਾ ਮਰ ਜਾਣਾ ਚਾਹੀਦਾ ਹੈ, ਮਤਲਬ ਇਹਨੇ ਦੇਖ ਕੇ ਕਿ ਕੋਈ ਚੀਜ਼ ਜਿਹੜੀ ਹੈ ਨਹੀਂ ਹੋ ਰਹੀ, ਠੀਕ ਹੈ, ਕਿ ਘਰ ਬੈਠ ਕੇ ਰੋਟੀ ਨਹੀਂ बिल्कुल ਖਾਣੀ ਚਾਹੀਦੀ, ਘਰ ਬੈਠ ਕੇ ਕੋਈ ਉਹ ਨਹੀਂ ਕਰਨਾ ਚਾਹੀਦਾ, ਪੂਰਾ ਉਹਦੇ ਤੇ ਇhtਜਾਜ ਕਰਨਾ ਚਾਹੀਦਾ ਕਿ ਜਿੰਨੇ ਚਿਰ ਉਹ ਨਹੀਂ ਹੋ ਸਕਦਾ ਹੁਕਮਰਾਨ, ਜਿੰਨੇ ਤੱਕ ਇਸ ਚੀਜ਼ ਨੂੰ ਪਾਕਿਸਤਾਨੀ ਹੁਕਮਰਾਨ, ਬਾਕੀ ਛੱਡੋ ਕਿ ਦੁਨੀਆ ਦੇ ਕੀ ਕਰਦੇ ਨੇ, ਤੁਸੀਂ ਪਾਕਿਸਤਾਨ ਨਹੀਂ ਹੋ ਤਾਂ ਤੁਹਾਡੇ ਜ਼ਿੰਮੇ ਤੁਹਾਨੂੰ ਸਵਾਲ ਕਿਆਮਤ ਦੇ ਦਿਨ ਸਿਰ ਪਾਕਿਸਤਾਨ ਦਾ ਪੁੱਛਿਆ ਜਾਣਾ, ਤੇ बिल्कुल ਉਹ ਉੱਠਦੇ ਤੇ ਉਸ ਚੀਜ਼ ਨੂੰ ਰੁਕਵਾਉਣ ਵਾਸਤੇ ਆਪਣੀ ਪੂਰੀ ਕੋਸ਼ਿਸ਼ ਕਰਦੇ, ਤੇ बिल्कुल ਜੋ ਕਿ ਫਿਲਹਾਲ ਨਹੀਂ ਇਸ ਤਰ੍ਹਾਂ ਦੀ ਚੀਜ਼ ਨਜ਼ਰ ਆ ਰਹੀ, ਤੇ ਲੈਟਸ ਸੀ ਆਵਾਮ ਹੁਣ ਕਿਦੋਂ ਜਿਹੜਾ ਨਾ ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਨੇ ਤੇ ਕਿਦੋਂ ਮੁਸਲਮਾਨ ਹੁੰਦੇ ਨੇ ਬੇਸਿਕਲੀ। ਤੇ ਇਹਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਦਾ, ਤੇ बहुत ਅਗਲੇ शुक्रिया ਤੁਹਾਡਾ ਐਪੀਸੋਡ ਬਹੁਤ ਤੇ ਬਹੁਤ ਨਾਜ਼ਰੀਨ ਫਿਰ ਮਿਲਾਂਗੇ।
ਜੀ ਇਲੈਕਸ਼ਨ ਕਮਿਸ਼ਨ ਨੇ ਆਪਣਾ ਇਤਮਾਦ ਜਿਹੜਾ ਉਹ ਬਜ਼ਾਤੇ ਖੁਦ ਹੀ ਇਹਨਾਂ ਨੇ ਗਵਾਇਆ ਹੋਇਆ ਹੈ। ਇਸੇ ਤਰ੍ਹਾਂ ਹੀ ਹੁਣ ਜਿਸ ਵੇਲੇ ਹਾਂ ਠੀਕ। ਨੂਨ ਲੀਗ ਵਾਲੇ ਜਿਹੜੇ ਪੋਲੀਟੀਕਲ ਨੇ ਔਰ ਇਸ ਵੇਲੇ ਜਿਹੜੀ ਹਕੂਮਤ ਹੈ, ਨਿਗਰਾਨ ਹਕੂਮਤ ਔਰ ਸਟੈਬਲਿਸ਼ਮੈਂਟ ਜਿਹੜੀ ਹੈ ਨਾ, ਇਹ ਸਾਰੇ ਮਿਲ ਕੇ ਇੱਕ ਦੂਸਰੇ ਨਾਲ ਹੈਲਪ ਕਰਕੇ ਇੱਕ ਦੂਸਰੇ ਦੀ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ ਵਿੱਚ ਹੁਣ ਬਹੁਤ ਅੱਛਾ। ਸਾਰੇ ਜਿਹੜੇ ਨੂਨ ਲੀਗੀ ਰਹਿਨੁਮਾ ਨੇ, ਜਿਸ ਲਈ ਉਹ ਆਪਣੇ ਹਲਕਿਆਂ 'ਚ ਜਾਂਦੇ ਨੇ ਤੇ ਅਵਾਮੀ ਰਿਐਕਸ਼ਨ ਬਹੁਤ ਜ਼ਿਆਦਾ ਹੈ। ਆਵਾਮ ਉਹਨਾਂ ਨੂੰ ਇਤਨਾ ਬੁਰਾ ਰਿਐਕਸ਼ਨ ਹੂੰ ਦਿੰਦੀ ਹੈ ਕਿ ਉਹ ਉਹਨਾਂ ਨੂੰ ਉੱਥੇ ਖਲੋਣ ਨਹੀਂ ਦਿੰਦੇ। ਇੱਥੋਂ ਤੱਕ ਕਿ ਥੋੜੇ ਦਿਨ ਪਹਿਲੇ ਹੂੰ। ਜਿਹੜੇ ਸੀ ਅਤਾਤਾਰ ਦੀ ਇੱਕ ਵੀਡੀਓ ਜਿਹੜੀ ਹੈ ਉਹ ਆਈ ਕਿ ਆਵਾਮ ਨੇ ਗਾਲੀਆਂ ਕੱਢਣ ਦੇ ਨਾਲ ਨਾਲ ਉਹਨਾਂ ਨੂੰ ਬਕਾਇਦਾ ਪੱਥਰ ਵੀ ਮਾਰੇ ਉਹਨਾਂ ਦੀਆਂ ਗੱਡੀਆਂ ਦੇ ਉੱਤੇ, ਉਹਨਾਂ ਨੂੰ ਕਿਹਾ ਜੀ ਇੱਥੋਂ ਸਾਡੇ ਨਾਲ ਜਾਓ। ਔਰ ਇਸ ਇੱਕ ਜਗ੍ਹਾ ਨਹੀਂ, ਇਹ ਹਰ ਜਗ੍ਹਾ ਪਾਕਿਸਤਾਨ ਦੇ ਸਾਰੇ ਹਲਕਿਆਂ ਦੇ ਵਿੱਚ, ਤਕਰੀਬਨ ਸਾਰੇ ਹਲਕਿਆਂ ਦੇ ਵਿੱਚ, ਕੁਝ ਚੰਦ ਕੋਈ ਹਲਕੇ ਨੇ ਜਿਨ੍ਹਾਂ ਵਿੱਚ ਨਹੀਂ, ਲੇਕਿਨ ਸਾਰੇ ਹਲਕਿਆਂ 'ਚ ਇਹਨਾਂ ਨੂੰ ਮਜ਼ਮਤ ਬੜੀ ਹੈ। ਇਹਨਾਂ ਨੂੰ ਆਵਾਮ ਦੀ ਮਜ਼ਮਤ ਬੜੀ ਹੈ। ਇਹਨਾਂ ਨੇ ਹਕੂਮਤ ਮਜ਼ਾਮਤ ਜਿਹੜੀ ਪਿਛਲੇ ਜਿਹੜੇ ਇਹਨਾਂ ਨੇ 6 ਮਹੀਨੇ ਤੇ ਸਵਾਲ ਇਹ ਹੁੰਦਾ ਹੈ ਕਿ ਇਹ ਮਜ਼ਾਮਤ ਜਿਹੜੀ ਹੈ ਨਾ, ਕਿਆ ਖਤਮ ਹੋ ਜਾਣੀ ਹੈ? ਕੋਈ 2 ਮਹੀਨੇ, 1.5 ਮਹੀਨਾ, 2 ਮਹੀਨੇ ਐਡ ਕਰ ਲਿਆ, ਖਤਮ ਹੋ ਜਾਣੀ ਹੈ ਕਿਆ ਮਜ਼ਾਮਤ? ਤੇ ਮਤਲਬ ਹੈ ਕਿ ਨੂੰ ਲੀਗ ਨੂੰ ਇਸ ਚੀਜ਼ ਦਾ ਦਰਾਕ ਨਹੀਂ ਹੈਗਾ ਕਿ ਭਾਜੀ ਕੀ ਮਤਲਬ ਉਹਨਾਂ ਕੋਲ ਕੀ ਗਿੱਦੜ ਸਿੰਘੀ ਹੈਗੀ ਹੈ ਕਿ ਕੀ ਕਰਨਾ ਕੀ ਚਾਹੁੰਦੇ ਨੇ? ਦੇਖੋ ਜੀ, ਇਹਨਾਂ ਕੋਲ ਗਿੱਦੜ ਸਿੰਘੀ ਇਹਨਾਂ ਕੋਲ ਕੋਈ ਨਹੀਂ ਹੈਗੀ। ਇਸ ਵੇਲੇ ਇਹਨਾਂ ਦਾ ਬਿਲਕੁਲ ਮੋਰਾਲ ਬਿਲਕੁਲ ਡਾਊਨ ਹੈ। ਇਸ ਵੇਲੇ ਜਿਹੜਾ ਅਵਾਮੀ ਲੈਵਲ ਤੇ ਹੈ ਨਾ, ਮਤਲਬ ਕਿ ਜਿਹੜਾ ਸਭ ਤੋਂ ਲੋਅਰ ਲੈਵਲ ਤੇ ਜਿਹੜਾ ਅਵਾਮੀ ਰੱਦੇ ਅਮਲ ਹੈ, ਉਹ ਸਭ ਤੋਂ ਜ਼ਿਆਦਾ ਇਹਨਾਂ ਨੇ, ਬਹੁਤ ਜ਼ਿਆਦਾ ਇਹਨਾਂ ਨੇ ਖੁਦ ਹੀ ਆਪਣੇ ਖਿਲਾਫ ਕਰ ਲਿਆ ਜਦੋਂ ਉਹਨਾਂ ਨੇ ਮਿਲੀ ਜੁਲੀ ਹਕੂਮਤ ਬਣਾਈ। ਜਦੋਂ ਮਿਲੀ ਜੁਲੀ ਹਕੂਮਤ ਬਣਾਈ, ਉਹਦੇ ਵਿੱਚ ਹਰ ਚੀਜ਼, ਜਦੋਂ ਮਹਿੰਗਾਈ ਉੱਤੇ ਗਈ, ਜਦੋਂ ਗਰੀਬ ਨੂੰ ਰੋਟੀ ਨਹੀਂ ਮਿਲੇਗੀ, ਜਦੋਂ ਗਰੀਬ ਨੂੰ ਉਹਦੇ ਬੁਨਿਆਦੀ ਹਕੂਕ ਨਹੀਂ ਮਿਲਣਗੇ, ਜਦੋਂ ਗਰੀਬ ਨੂੰ ਉਹਦੇ ਰਹਿਣ ਦਾ ਬੰਦੋਬਸਤ ਨਹੀਂ ਹੋਏਗਾ, ਤੇ ਗਰੀਬ ਦਾ ਫਿਰ ਰਿਐਕਸ਼ਨ ਹੀ ਦੇਗਾ ਨਾ। ਫਿਰ ਉਹ ਇਸ ਵਜ੍ਹਾ ਨਾਲ ਵੀ ਬਹੁਤ ਪਰੇਸ਼ਾਨ ਹੈ। ਹੂੰ। ਉਹਨੂੰ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕ ਰਿਹਾ। ਅੱਛਾ ਸਹੀ ਹੈ ਕਿ ਬੇਸਿਕਲੀ ਬਿਲਕੁਲ ਬੇਸਿਕਲੀ ਜਿਹੜਾ ਨਾ ਇਹ ਹੈਗਾ ਕਿ ਨੂਨ ਲੀਗ ਜਿਹੜੀ ਹੈ ਨਾ ਉਹ ਥੋੜੇ ਡਰ ਰਹੀ ਆ ਆਵਾਮ ਦੇ ਵਿੱਚ ਜਾਣ ਤੇ, ਉਹਨਾਂ ਨੂੰ ਡਰ ਹੈਗਾ ਕਿ ਭਾਜੀ ਸਾਡੀ ਜਿਹੜਾ ਨਾ ਅਸੀਂ ਪਿੱਟ ਨਾ ਜਾਈਏ। ਤੇ ਲੇਕਿਨ ਇਹ ਹੈ ਕਿ ਉਹ ਤੇ ਮਤਲਬ ਨੂਨ ਲੀਗ ਦੇ ਜਿਹੜੇ ਹਮਾਇਤੀ ਨਾ ਜਾਂ ਦੂਸਰੇ ਉਹਨਾਂ ਨੇ ਬੰਦੋਬਸਤ ਸਾਰਾ ਕਰ ਲਿਆ ਕਿ ਮੁਖਾਲਫਤ ਉਹਨਾਂ ਦੀ ਹੋਏ ਹੀ ਨਾ। ਤੇ ਜਦੋਂ ਮੁਖਾਲਫਤ ਹੀ ਨਹੀਂ ਹੋਣੀ ਤੇ ਫਿਰ ਜ਼ਾਹਿਰ ਹੈ ਕਿ ਮਤਲਬ ਹੈ ਨਾ ਕਿ ਉਹੀ ਜਿਹੜਾ ਨਾ ਮਤਲਬ ਜਿੱਤਨੇ ਨਾ, ਫਿਰ ਇਹਨਾਂ ਨੂੰ ਡਰ ਕਿਸ ਚੀਜ਼ ਦਾ? ਹਾਂ, ਇਹਨਾਂ ਨੂੰ ਬਿਲਕੁਲ ਸਹੀ ਕੁਐਸਚਨ ਤੁਹਾਡਾ, ਸਵਾਲ ਠੀਕ ਹੈ। ਇਹਨਾਂ ਨੂੰ ਡਰ ਇਸੇ ਚੀਜ਼ ਦਾ, ਆਵਾਮੀ ਰਿਐਕਸ਼ਨ ਦਾ। ਅਗਰ ਆਵਾਮ ਬਾਹਰ ਨਿਕਲ ਆਈ ਤੇ ਹੁਣ ਆ ਕੇ ਹੂੰ ਅਗਰ 60% ਤੋਂ ਉੱਤੇ ਆਵਾਮ ਬਾਹਰ ਨਿਕਲ ਆਈ ਤੇ ਫਿਰ ਤੇ ਧਾਂਦਲੀ ਵੀ ਕਰ ਸਕਣਗੇ ਕਿ ਇਸ ਹੂੰ ਬਹੁਤ ਜ਼ਿਆਦਾ ਆਵਾਮ ਬਾਹਰ ਨਿਕਲ ਆਏਗੀ ਜਿਹੜਾ ਇਹਦੇ ਵਿੱਚ ਇੰਤਖਾਬੀ ਪੋਲਿੰਗ ਵਾਲੇ ਅਮਲ ਦੇ ਵਿੱਚ, ਤੇ ਫਿਰ ਤੇ ਇਹਨਾਂ ਦਾ ਬਹੁਤ ਮੁਸ਼ਕਲ ਹੈ। ਅਗਰ ਇਹ ਕੁਝ ਕਰਕੇ ਸੀਟ ਐਡਜਸਟਮੈਂਟ ਕਰਕੇ ਜਾਂ ਦੂਸਰੇ ਨਾਲ ਮਿਲ ਕੇ ਇਹ ਦੁਬਾਰਾ ਹਕੂਮਤ ਬਣਾਉਣ ਦੀ ਅਗਰ ਕੋਸ਼ਿਸ਼ ਵੀ ਕਰੇ ਨਾ ਨੂਨ ਲੀਗ, ਤੇ ਇਹ ਜਿਸ ਤਰ੍ਹਾਂ ਪਿਛਲੀ ਹਕੂਮਤ ਬਣੀ ਸੀ ਜਿਹੜੀ 16 ਮਹੀਨਿਆਂ ਦੀ, ਇਹ ਫਿਰ ਇਸ ਤਰ੍ਹਾਂ ਦੀ ਹਕੂਮਤ ਹੀ ਬਣ ਸਕਦੀ ਹੈ। ਇਸ ਤੋਂ ਅੱਛਾ ਜ਼ਿਆਦਾ ਜਿਹੜੀਆਂ ਨੇ ਕੁਝ ਨਹੀਂ ਹੋ ਉਹ ਸਕਦਾ। ਨਾ ਹੀ ਸੀਟਾਂ ਕੱਢ ਸਕਦੇ ਨੇ ਔਰ ਨਾ ਹੀ ਉਸ ਅੱਛਾ ਨਾਲ ਲੈ ਸਕਦੇ ਨੇ। ਸਹੀ ਹੈ ਸਹੀ ਹੈ। ਅੱਛਾ ਜੀ, ਉਹ ਇੱਕ ਹੋਰ ਮੈਂ ਖਬਰ ਸੁਣੀ ਹੈ ਜਿਹੜੀ ਕਿ ਬਿਲਾਵਲ ਨੇ ਉੱਥੇ ਕੋਇਟਾ ਦੇ ਵਿੱਚ ਜਲਸਾ ਕਰਦੇ ਹੋਏ ਕੀਤਾ ਜੀ, ਕਿ ਇੱਕ ਨਵਾਂ ਜਿਹੜਾ ਉਹਨਾਂ ਦਾ ਪੁਰਾਣਾ ਤੇ ਹੁੰਦਾ ਹੈ ਰੋਟੀ ਕੱਪੜਾ ਮਕਾਨ, ਹੁਣ ਕੋਈ ਨਵਾਂ ਫਾਰਮੂਲਾ, ਨਵਾਂ ਨਾਰਾ ਦਿੱਤਾ ਹੈਗਾ। ਕੀ ਨਾਰਾ ਹੈਗਾ? ਹਾਂਜੀ ਬਿਲਕੁਲ, ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗਾ ਕਿ ਬਿਲਾਵਲ ਭੁੱਟੋ ਨੇ ਔਰ ਉਹਨਾਂ ਦੇ ਵਾਲਿਦ ਜਿਹੜੇ ਨੇ, ਉਹਨਾਂ ਨੇ ਦੋਵਾਂ ਨੇ ਤਕਰੀਬ ਕੀਤੀ ਹੈ ਕੋਇਟਾ ਦੇ ਅੰਦਰ, ਔਰ ਉਹਦੇ ਵਿੱਚ ਉਹਨਾਂ ਨੇ ਇੱਕ ਬੜਾ ਹੀ ਨਾਰਾ ਦਿੱਤਾ ਹੈ ਕਿ ਅਸੀਂ ਜਦੋਂ ਹਕੂਮਤ ਬਣਾਵਾਂਗੇ ਤੇ ਸਾਡੀ ਜਦੋਂ ਹਾਂ ਹਾਂ। ਹਕੂਮਤ ਆਏਗੀ ਤੇ ਅਸੀਂ ਆ ਕੇ ਆਵਾਮ ਨੂੰ ਜਿਹੜਾ ਨਾ ਉਹ 200 ਤੋਂ 300 ਯੂਨਿਟ ਬਿਜਲੀ ਅਸੀਂ ਫ੍ਰੀ ਲੋਕਾਂ ਨੂੰ ਦੇਵਾਂਗੇ। ਲੇਕਿਨ ਅਸੀਂ ਇਸ ਚੀਜ਼ ਨੂੰ ਅਗਰ ਅਸੀਂ ਦੇਖੀਏ ਨਾ, ਤੇ ਇਹ ਜਿਹੜੀ ਚੀਜ਼ ਹੈ ਨਾ, ਇਹ ਬੜੀ ਉਹ ਮਜ਼ਾਹੀਆ ਚੀਜ਼ ਹੈ। ਕੁਐਸਚਨ ਹੈ ਹਾਂ ਕੁਐਸਚਨ ਹੈ ਕਿ ਬਿਜਲੀ ਉਹ ਦੇਣਗੇ ਕਿੱਥੋਂ? ਮਤਲਬ ਹੈ ਨਾ ਕਿ ਇਸ ਵੇਲੇ ਤੁਹਾਡੀ ਬਿਜਲੀ ਜਿਹੜੀ ਹੈ ਨਾ ਉਹ ਬੇਸਿਕਲੀ ਪਲੈਜ ਹੈਗੀ ਹੈ IMF ਔਰ ਵਰਲਡ ਬੈਂਕ, ਜਿਨ੍ਹਾਂ ਕੋਲੋਂ ਤੁਸੀਂ ਕਰਜ਼ੇ ਲੈ ਰਹੇ ਹੋ, ਉਹਨਾਂ ਦੀ ਮਰਜ਼ੀ ਦੇ ਬਗੈਰ ਤੁਸੀਂ ਜਿਹੜਾ ਨਾ ਉਹਦੀ ਕੀਮਤ ਦਾ ਵੀ ਤੋਇਨ ਨਹੀਂ ਕਰ ਸਕਦੇ। ਠੀਕ ਹੈ, ਤੇ ਇਹ ਜਿਹੜੀ ਮੁਫਤ ਦੇਣੀ ਹੈ ਇਹ ਕਿੱਥੋਂ ਦੇਣੀ ਹੈ? ਕੋਈ ਸਿੰਧ ਦੇ ਵਿੱਚ ਉਹਨਾਂ ਨੇ ਕੋਈ ਬਿਜਲੀ ਕੱਢ ਲਈ ਹੈ ਹੁਣ ਜਿਹੜਾ 35 ਸਾਲ ਤੋਂ ਪਿੱਛੇ? ਪਹਿਲੀ ਗੱਲ ਇਹ ਹੈ ਕਿ 35 ਸਾਲ ਦੇ ਵਿੱਚ ਸਿੰਧ ਨੂੰ ਜਿਹੜੀ ਹੈ ਨਾ ਉਹਨਾਂ ਨੇ ਮੁਫਤ ਬਿਜਲੀ ਦਿੱਤੀ ਹੈ, ਤੇ ਅਗਰ ਉਹਨਾਂ ਨੂੰ ਜਿਹੜੀ ਨਹੀਂ ਦੇ ਸਕੇ ਤੇ ਬਾਕੀਆਂ ਨੂੰ ਕਿੱਥੋਂ ਦੇਣਗੇ? ਕੱਢਣਗੇ ਕਿੱਥੋਂ ਬਿਜਲੀ ਹੈ? ਹਾਂਜੀ ਬਿਲਕੁਲ, ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਅਸੀਂ ਹਕੂਮਤ ਬਣਾਵਾਂਗੇ ਤੇ ਅਸੀਂ ਜਿਹੜੇ ਨਾ ਗ੍ਰੀਨ ਜਿਹੜੇ ਨੇ ਗ੍ਰੀਨ ਇਹ ਰੈਵੋਲੂਸ਼ਨ। ਬਣਾਵਾਂਗੇ। ਹਾਂ, ਉਹਨਾਂ ਤੋਂ ਅਸੀਂ ਬਿਜਲੀ ਪਹਿਲਾਂ ਪ੍ਰੋਡਿਊਸ ਕਰਾਂਗੇ ਔਰ ਫਿਰ ਅਸੀਂ ਉਹਨਾਂ ਨੂੰ ਆਵਾਮ ਨੂੰ ਫ੍ਰੀ ਦੇਵਾਂਗੇ। ਅਗਰ ਤੁਸੀਂ ਥੋੜੀ ਜਿਹੀ ਪਿੱਛੇ ਮਤਲਬ ਜਾਓ ਤੇ ਉਹ ਤੁਹਾਨੂੰ ਹਾਂ ਜਿਸ ਤਰ੍ਹਾਂ ਪੀਪਲ ਪਾਰਟੀ ਦਾ ਹੀ ਜਿਹੜਾ ਵਜ਼ੀਰ ਆਜ਼ਮ ਵੀ ਬਣਿਆ, ਜਿਹਨੂੰ ਰਾਜਾ ਰੈਂਟੇਲ ਦੇ ਨਾਂ ਤੋਂ ਮਸ਼ਹੂਰ ਹੋਇਆ, ਜਿਨ੍ਹਾਂ ਨੇ ਸਾਰਾ ਕੁਝ ਕੀਤਾ, ਉਦੋਂ ਵੀ ਇਹਨਾਂ ਨੇ ਐਸੇ ਹੀ ਕੀਤਾ ਸੀ ਕਿ ਅਸੀਂ ਜਨਾਬ ਬਾਹਰੋਂ ਮੰਗਾ ਲੈਂਦੇ ਹਾਂ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਨਾ ਅਸੀਂ ਉਹ ਕਰਾਂਗੇ। ਲੇਕਿਨ ਉਹਦਾ ਕਿਰਾਇਆ ਇੰਨਾ ਸੀ, ਉਹਨੇ ਦੀ ਬਿਜਲੀ ਨਹੀਂ ਸੀ ਪੈਂਦੀ ਜਿੰਨਾ ਉਹਦਾ ਕਿਰਾਇਆ ਪੈਂਦਾ ਪਿਆ ਸੀ, ਜਿਹੜਾ ਰੈਂਟਲ ਪਾਵਰ ਸਹੀ। ਬਾਹਰੋਂ ਮੰਗਵਾਇਆ ਸੀ। ਰੈਂਟਲ ਪਾਵਰ ਜਿਹੜਾ ਮੰਗਵਾਇਆ ਸੀ। ਮਾਮਲਾ ਇਹ ਹੈਗਾ ਕਿ ਇਹ ਜਿਹੜਾ ਕਲੀਨ એનર્ਜੀ ਜਾਂ ਗ੍ਰੀਨ એનર્ਜੀ ਦਾ ਗੱਲ ਕਰਦੇ ਨੇ, ਇਹ એનર્ਜੀ ਬੇਸਿਕਲੀ ਵਿੰਡ ਹਮ, એનર્ਜੀ ਹੈਗੀ ਹੈ, ਸੋਲਰ એનર્ਜੀ ਹੈਗੀ ਹੈ। ਉਹਦੇ ਵਾਸਤੇ ਹੈ ਕਿ ਕਿਆ ਟੈਕਨੋਲੋਜੀ ਕੈਪੈਸਿਟੀ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਬਿਲਡ ਕੀਤੀ ਹੈ? ਕਿਆ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਜਿਹੜਾ ਸੋਲਰ ਪੈਨਲ ਔਰ ਦੂਸਰੇ ਬਣਾਉਣ ਦੇ ਕਾਰਖਾਨੇ ਲੱਗੇ ਨੇ? ਔਰ ਦੂਸਰੀ ਗੱਲ ਇਹ ਹੈ ਕਿ ਮਜ਼ੇ ਦੀ ਗੱਲ ਹੈ ਕਿ ਸੋਲਰ ਪੈਨਲ ਜਾਂ ਦੂਸਰੇ ਪਾਸੇ ਜਿਹੜਾ ਰਾ ਮਟੀਰੀਅਲ ਹੈ ਤੁਹਾਡੇ ਕੋਲ ਅਬੰਡੈਂਟ ਪਿਆ ਹੈ, ਤੁਹਾਡੀ ਰੇਤ ਹੈਗੀ ਹੈ, ਜਾਂ ਦੂਸਰਾ ਹੈ ਮੇਨ ਇੱਥੋਂ ਇਹਨਾਂ ਵਿੱਚੋਂ ਇਹਦਾ ਜਿਹੜਾ ਨਾ ਰਾ ਮਟੀਰੀਅਲ ਯੂਜ਼ ਹੁੰਦਾ ਹੈ, ਉਹ ਇੰਡੀਆ ਨੇ ਸਤਲੁਜ ਦੇ ਕਿਨਾਰੇ ਕੋਈ ਜਿਹੜਾ ਰੇਤ ਹੈ, ਰੇਤ ਦੇ ਵਿੱਚ ਉਹਨਾਂ ਨੇ ਇੱਕ ਬੜੀ ਜਿਹੜੀ ਕੀਮਤੀ ਧਾਤ ਉਹਨਾਂ ਨੇ ਐਕਸਟ੍ਰੈਕਟ ਕਰ ਲਈ ਹੈ। ਠੀਕ ਹੈ, ਤੇ ਪਾਕਿਸਤਾਨ ਦੇ ਵਿੱਚ ਵੀ ਹਮ, ਹੋ ਸਕਦੀ ਹੈ। ਪਹਿਲੀ ਗੱਲ ਹੈ ਕੈਪੈਸਿਟੀ ਇਹਨਾਂ ਦੀ ਬਿਲਡਿੰਗ ਹੈਗੀ ਹੈ, ਕੈਪੈਸਿਟੀ ਬਿਲਡਿੰਗ ਹੈ ਨਹੀਂ ਹੈਗੀ। ਬਾਹਰੋਂ ਸਾਰਾ ਤੁਸੀਂ ਚੀਜ਼ਾਂ ਇੰਪੋਰਟ ਕਰਨੀਆਂ ਹੈ, ਇੰਪੋਰਟ ਵਾਸਤੇ ਤੁਹਾਨੂੰ ਡਾਲਰ ਚਾਹੀਦੇ ਨੇ, ਡਾਲਰ ਤੁਹਾਨੂੰ ਮਿਲਦੇ ਨੇ IMF ਕੋਲੋਂ, ਤੇ ਬਿਜਲੀ ਤੁਸੀਂ ਮੁਫਤ ਦੇ ਲੈਣੀ ਹੈ।
ਮਤਲਬ ਸਮਝ ਨਹੀਂ ਆਉਂਦੀ ਕਿ ਬਿਜਲੀ ਦੇਣੀ ਕਿੱਥੋਂ ਹੈ, ਕੱਢਣੀ ਕਿੱਥੋਂ ਹੈਗੀ ਇਹਨਾਂ ਨੇ। ਜਾਂ ਹਾਂਜੀ ਬਾਹ ਹੋ ਤੁਸੀਂ ਸਕਦਾ ਕਿ ਦੇਖੋ ਨਾਸਾਂ ਦੇ ਨਾ, ਵਿੱਚ ਇੱਕ ਬਲਾਵਲ ਆਪਣੀ ਨਾਸਾ ਚ ਸੁੱਚ ਲਾਏਗਾ, ਨਾਲ ਜ਼ਰਦਾਰੀ ਤੇ ਲਾ ਦੇਗਾ ਤੇ ਆਵਾਮ ਨੂੰ ਬਿਜਲੀ ਜਿਹੜਾ ਨਾ ਮਿਲ ਜਾਏਗੀ, ਇਹੋ ਹੀ ਹੋ ਸਕਦਾ, ਹੋਰ ਕੋਈ ਸੋਲੂਸ਼ਨ ਤੇ ਨਹੀਂ ਨਜ਼ਰ ਆਉਂਦਾ। ਦੇਖੋ ਹੁਣ ਇਹ ਇੱਕ ਨਾਰਾ ਦਿੱਤਾ ਗਿਆ ਸੀ ਨਾ ਪੀਪਲ ਪਾਰਟੀ ਨੂੰ, ਜਿਸ ਤਰ੍ਹਾਂ ਪਹਿਲਾਂ ਇੱਕ ਨਾਰਾ ਦਿੱਤਾ ਗਿਆ ਸੀ ਕਿ ਅਸੀਂ ਰੋਟੀ ਕੱਪੜਾ ਮਕਾਨ ਦੇਵਾਂਗੇ, ਤੇ ਆਵਾਮ ਨੇ ਉਹਨਾਂ ਨੂੰ ਬੜਾ ਵੋਟ ਦਿੱਤਾ ਕਿ ਪਤਾ ਹਾਂਜੀ, ਨਹੀਂ ਉਹ ਤੇ ਮਿਲ ਉਹ ਗਿਆ ਰੋਟੀ ਆਵਾਮ ਨੂੰ, ਕੱਪੜਾ ਮਕਾਨ ਆਵਾਮ ਜਿਹੜਾ ਨੂੰ ਉਹ ਉਹ ਤੇ ਮਿਲ ਸਿੰਧ ਚੁੱਕਿਆ ਵਿੱਚ ਹੈਗਾ ਵੀ ਹਾਲੇ ਪੂਰਾ, ਤੱਕ ਤਕਸੀਮ ਹੋ ਪੂਰਾ ਸਕਿਆ। ਸਿੰਧ ਦੇ ਵਿੱਚ। ਉਹ ਭਾਜੀ ਉਹ ਦੇਖੋ ਜੀ, ਸਿੰਧ ਦੇ ਵਿੱਚ ਤੇ ਇਸ ਵੇਲੇ ਰੋਟੀ ਕੱਪੜਾ ਮਕਾਨ ਉਹ ਅੱਗੇ ਲੋਕ ਵੰਡ ਰਹੇ ਨੇ, ਲੋਕ ਵੰਡ ਰਹੇ ਨੇ ਕਿ ਤੁਹਾਨੂੰ ਰੋਟੀ ਕੱਪੜਾ ਮਕਾਨ ਚਾਹੀਦਾ, ਜਿਹਨਾਂ ਨੂੰ ਪਾਕਿਸਤਾਨ ਦੇ ਵਿੱਚ ਜਿਹਨਾਂ ਨੂੰ ਚਾਹੀਦਾ ਉਹ ਸਿੰਧ ਚਲੇ ਜਾਣ, ਲਾੜਕਾਨਾ ਚਲੇ ਜਾਣ, ਲੋਕੀ ਅੱਗੋਂ ਲੋਕੀ ਵੰਡ ਰਹੇ ਨੇ। ਜਿਹੜਾ ਉਹਨਾਂ ਨੂੰ ਦਿੱਤਾ ਸੀ ਨਾ ਪੀਪਲ ਪਾਰਟੀ ਨੇ, ਉਹਨਾਂ ਨੂੰ ਕੀ ਕਹਿੰਦੇ ਰੋਟੀ ਕੱਪੜਾ ਮਕਾਨ, ਉਹ ਆਵਾਮ ਸਿੰਧ ਦੀ ਲਾੜਕਾਨਾ ਦੀ ਆਵਾਮ ਅੱਗੇ ਵੰਡ ਰਹੀ ਹੈ। ਇਹਨਾਂ ਨੂੰ ਤੇ ਆਵਾਮ ਨੂੰ ਚਾਹੀਦਾ ਹੈ KPK ਦੇ ਪੰਜਾਬ ਦੇ ਦੂਸਰੇ ਉੱਥੇ ਜਾ ਕੇ ਲੈ ਲੈਣ, ਠੀਕ ਹੈ। ਉਹ ਜਦੋਂ ਮਿਲ ਜਾਵੇਗਾ ਤੇ ਨਾਲ ਫਿਰ ਜਿਹੜਾ ਐਡੀਸ਼ਨਲ ਹੈ, ਉਹਨੂੰ ਮੁਫਤ ਦੀ ਬਿਜਲੀ ਵੀ ਮਿਲ ਜਾਏਗੀ। ਫਿਰ ਬਹੁਤ ਉਹਨਾਂ ਦਾ ਡਰਾਮੇਬਾਜ਼ੀ ਹੈ ਜੀ, ਬਹੁਤ ਡਰਾਮੇਬਾਜ਼ੀ ਚੱਲ ਰਹੀ ਹੈ। ਫਿਰ ਬਿਜਲੀ ਦਾ ਹੋਏਗਾ ਕਿ ਬਿਜਲੀ ਜਿਹੜੀ ਆ ਉਹ ਫ੍ਰੀ ਦਿੱਤੀ ਜਾਏ ਆਵਾਮ ਨੂੰ। ਉਹ ਹਾਂ ਹਾਂ, ਤੁਸੀਂ ਹੁਣ ਦੇਖ ਲਓ ਇਸ ਵੇਲੇ ਜਿਹੜਾ ਬਿਜਲੀ ਦਾ ਯੂਨਿਟ ਹੈ ਉਹ 85 ਤੱਕ ਜਾ ਕੇ ਪਹੁੰਚ ਗਿਆ ਹੈ। ਤੇ ਸਹੀ ਇਹ ਹੈ। ਆਵਾਮ ਨੂੰ ਕਹਿ ਰਹੇ ਨੇ ਕਿ ਅਸੀਂ ਉਹ ਯੂਨਿਟ ਘੱਟ ਕਰਨ ਦੀ ਬਜਾਏ ਇਹ ਆਵਾਮ ਨੂੰ ਇੱਕ ਐਸੀ ਚੀਜ਼ ਦੇ ਪਿੱਛੇ ਲਗਾ ਰਹੇ ਨੇ ਲੋਲੀਪॉप ਕਿ ऐसा 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 लोलीपॉप दे रहे हैं कि बस आवाम वो ਭੁੱਲ ਕੇ ਦੇ ਪਿੱਛੇ ਲੱਗ ਜਾਏ। ਲੇਕਿਨ ਹੁਣ ਦੇਖੋ ਇਹਦੇ ਪਿੱਛੇ ਆਵਾਮ ਲੱਗ ਕਿੰਨੀ ਕੁ ਅਕਲਮੰਦ ਹੈਗੀ ਹੈ ਤੇ ਕਿੰਨੀ ਕੁ ਹੈਗੀ ਹੈ, ਤੇ ਉਹ ਨੁਮਾਇੰਦੇ ਚੁਣਦੀ ਹੈ ਜਿਹੜੇ ਉਹਨਾਂ ਦੇ ਸਹੀ ਰਿਪਰੈਜ਼ੈਂਟੇਟਿਵ ਹੋਣ। ਤੇ ਹਾਂ ਬਹਰਹਾਲ ਬਿਲਕੁਲ ਜੀ, ਇਹਦਾ ਮਜ਼ਾ ਆਇਆ ਅੱਜ ਦੀ ਗੁਫ਼ਤਗੂ ਤੁਹਾਡੇ ਨਾਲ ਕਰਕੇ, ਅੱਜ ਦਾ ਜਿਹੜਾ ਨਾ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ ਵੀ। ਤੇ ਇਸ ਦੇ ਉੱਤੇ ਹੀ ਬਹੁਤ ਜਿਹੜਾ ਨਾ ਸ਼ੁਕਰੀਆ। ਕੋਈ ਆਖਰੀ ਗੱਲ ਤੁਹਾਡੀ ਹੈ ਤੇ ਕਰੋ, ਤੇ ਖਤਮ ਕਰਨੇ ਆ। ਤੇ ਨਾਜ਼ਰੀਨ ਫਿਰ ਅਗਲੇ ਪ੍ਰੋਗਰਾਮ ਤੇ ਮਿਲਾਂਗੇ। ਹਾਂ ਬਿਲਕੁਲ ਤੁਹਾਡੀ ਆਖਰੀ ਗੱਲ ਇਹੋ ਮੈਂ ਕਹਾਂਗਾ ਕਿ ਅਵੇਅਰਨੈਸ ਦੀ ਗੱਲ ਹੈ, ਤੇ ਅਵੇਅਰਨੈਸ ਆਵਾਮ ਨੂੰ ਆਉਣਾ ਸ਼ੁਰੂ ਹੋ ਗਈ ਹੈ, ਜਿਹਦਾ ਰਿਜ਼ਲਟ ਅਸੀਂ ਅੱਜ ਹੀ ਇੱਕ ਪ੍ਰੋਗਰਾਮ ਰਿਕਾਰਡ ਕੀਤਾ ਗਿਆ ਸੈਯਦ ਤਲਤ ਹੁਸੈਨ ਨੇ। ਤੇ ਉਹਦੇ ਵਿੱਚ ਆਵਾਮ ਨੇ ਜਿਹੜੇ ਸਟੂਡੈਂਟ ਸੀ ਉਹਨਾਂ ਨੇ ਬੜਾ ਜਵਾਬ ਦਿੱਤਾ ਉਹਨਾਂ ਨੂੰ, ਤੇ ਉਹਨਾਂ ਦੀ ਅਵੇਅਰਨੈਸ ਦਾ ਉੱਥੋਂ ਪਤਾ ਲੱਗ ਜਾਏਗਾ। ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ, ਇੰਟਰਨੈਟ ਤੇ ਮੌਜੂਦ ਹੈ। ਸਹੀ, ਬਹੁਤ ਸ਼ੁਕਰੀਆ ਜੀ ਵਸੀਮ ਸਾਹਿਬ, ਤੇ ਰੱਬ ਰਾਖਾ, ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ ਜੀ।